धरती सोना उगले उगले हीरे मोती मेरे देश की धरती। सत श्री अकाल, मैं हाँ तुहाडे नाल प्रकाश फुलारा ते तुसी वेख रहे हो स्काई न्यूज़ पंजाब। तुसी सोच रहे होवोगे कि आखिर सब तो पहला मैं यह गाना क्यों गाया। असल विच जदों किसानां ते उसदे खेत दी गल हुंदी है तां फिर यह गाना साडे देश दे किसानां दी अथाह मेहनत अते उस धरती मां लई समर्पित है जो साडे लई सोने वांग फसल पैदा करती है। लेकिन अज पंजाब दा किसान काफ़ी परेशान है। आखिर की है उसकी परेशानी का कारण, वेखो साडी ये खास रिपोर्ट। देश का किसान पिछले लंबे समय तो परेशान चल रहा है। अपनी हक की आवाज़ नूं बुलंद करदिआं खेतां नूं बचाउण लई किसान पिछले करीब 4 महीने तो दिल्ली दियां बरूहां ते बैठा होया है। घर-बार खेत खलियान सब कुछ छड़ के किसान बॉर्डर ते डटिया होया है। इस विचकार हुण किसान ते कुदरत ने अपनी मार मारनी भी शुरू कर दी है। बीती रात तो पंजाब के वख-वख थावां ते मींह ते तेज हवावां चल रही हैं, जिस कारण किसानां दी खेतां दे विच खड़ी पुत्ता वांग पाली कणक दी फसल नूं खतरा भी पैदा हो गया है। जे गल करिए तां किसानां दी कई थावां ते फसल चादर दे वांग विछ गई है। बेमौसमे मींह ने किसानां नूं झंब के रख दिता है। 80% नुकसान आई। ਕੀ ਲੱਗ ਰਿਹਾ ਇਹ ਹੁਣ ਜਿਹੜਾ ਕੀ ਇਹਦਾ ਜਿਵੇਂ ਤੂੜੀ ਬਣਾਉਣ ਨੂੰ ਵੀ ਦਿੱਕਤ ਆਊਗੀ, ਹੋਰ ਕੀ? ਹਾਂ ਜੀ, ਕਟਾਈ ਨੂੰ ਵੀ ਦਿੱਕਤ ਆਊਗੀ ਜੀ, ਤੂੜੀ ਬਣਾਉਣ ਨੂੰ ਵੀ ਦਿੱਕਤ ਆਊਗੀ ਜੀ। ਅੱਧੀ ਦਾ ਹੀ ਥੱਲੇ ਹੀ ਰਹਿ ਜਾਣੀ ਹੈ, ਧਰਤੀ ਨਾਲ ਲੱਗੀ ਹੋਈ ਹੈ ਜੀ। ਤੇ 15-20% ਖੜੀ ਹੈ ਜੀ। ਤੇ ਇਹਦਾ ਨੁਕਸਾਨ ਕਾਫੀ ਹੋਊਗਾ ਜੀ। ਦਰਖਤਾਂ ਦੇ ਟਾਹਣੇ ਟੂਣੇ ਵੀ ਤੋੜਦੇ ਜੀ, ਇਹ ਵੀ ਨੁਕਸਾਨ ਹੈ ਜੀ। ਹਾਂ। ਤੇ ਕੀ ਲੱਗ ਰਿਹਾ, ਇੱਕ ਤਾਂ ਸਰਕਾਰ ਕਿਸਾਨਾਂ ਦੇ ਬਾਤ ਪਈ ਵੀ ਆ, ਇੱਕ ਹੁਣ ਰੱਬ ਵੀ, ਕੀ ਲੱਗ ਰਿਹਾ ਤੁਹਾਨੂੰ? ਟਾਈਮ ਮਾੜਾ ਹੀ ਚੱਲ ਰਿਹਾ? ਟਾਈਮ ਤਾਂ ਮਾੜਾ ਹੈ ਜੀ। ਹੁਣ ਇਹ ਤਾਂ ਕਿਸਮਤ ਦੇ ਬਸ ਹੈ ਜੀ। ਇਹ ਤਾਂ ਉੱਪਰ ਵਾਲੇ ਦੇ ਬਸ ਹੈ ਜੀ। ਜੇ ਹੋਰ ਨਾ ਮੀਂਹ ਬਾਰਿਸ਼ ਪਈ ਜੀ, ਹਵਾ ਨਾ ਚੱਲੀ, ਫਿਰ ਤਾਂ ਠੀਕ ਹੈ, ਜਿਹੜੀਆਂ ਖੜੀਆਂ ਨੇ ਜੀ। ਜੇ ਹੋਰ ਹਵਾ ਚੱਲ ਗਈ ਜੀ, ਬਾਰਿਸ਼ ਹੋ ਗਈ, ਫਿਰ ਇਹ ਵੀ ਗਿਰ ਜਾਣਗੀਆਂ ਜੀ। ਫਿਰ ਤਾਂ ਕਿਸਾਨ ਦੇ ਪੱਲੇ ਕੁਝ ਨਹੀਂ ਜੀ। ਦੇਖੋ ਜੀ, ਇੱਕ ਤਾਂ ਦਿੱਲੀ ਅਸੀਂ ਸੰਘਰਸ਼ ਲੜ ਰਹੇ ਹਾਂ ਕਿਸਾਨ। ਇੱਕ ਪ੍ਰਮਾਤਮਾ ਨੇ ਬਹੁਤ ਕਰੋਪੀ ਦਿਖਾਤੀ ਵੀ ਕਣਕ ਡਿੱਗ ਕੇ ਜੀ ਬਰਬਾਦ ਹੋ ਗਈ। ਹੁਣ ਇਹ ਤੋਂ ਘੱਟੋ ਘੱਟ ਜੀ 50% ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ। ਕਹਿੰਦਾ ਪ੍ਰਮਾਤਮਾ ਦੀ ਕਿਰਪਾ ਹੈ। ਹੁਣ ਦੇਖੋ ਪ੍ਰਮਾਤਮਾ ਵੀ ਉੱਪਰ ਤੰਗ ਕਰਦਾ ਤੇ ਸਰਕਾਰ ਤੰਗ ਕਰੀ ਜਾਂਦੀ। ਉਹ ਤੋਂ ਜੱਟ ਸੰਘਰਸ਼ ਤੇ ਬੈਠੇ ਨੇ, ਇੱਧਰੋਂ ਪ੍ਰਮਾਤਮਾ ਨੇ ਸਾਰੀ ਕਣਕ ਵਿਛਾਤੀ। ਕੋਈ ਜੱਟ ਦਾ ਹੱਲ ਨਹੀਂ ਜੀ। ਕਿੰਨਾ ਕੁ ਟਾਈਮ ਹੋ ਗਿਆ ਬਾਰਿਸ਼ ਪੈਂਦੀ? ਬਾਰਿਸ਼ ਜੀ ਰਾਤ ਸ਼ੁਰੂ ਹੋਈ ਤੇ 10-11 ਵਜੇ ਬਾਰਿਸ਼ ਪੈ ਗਈ ਜੀ। ਹਜੇ ਫੇਰ ਉੱਪਰ ਜਾ ਖੜਾ ਹੈ, ਫੇਰ ਪੈ ਰਿਹਾ ਜੀ। ਕੋਈ ਪਤਾ ਨਹੀਂ, ਇਹ ਤੋਂ ਵੱਧ ਵੀ ਨੁਕਸਾਨ ਹੋ ਜੇ, ਗੜੇਮਾਰੀ ਹੋ ਜੇ, ਕੋਈ ਹੋਰ ਹੋ ਜੇ। ਜਿਹੜੀ ਬਿਲਕੁਲ ਧਰਤੀ ਦੇ ਨਾਲੇ ਵਿਛ ਗਈ, ਇਹਦਾ ਕੀ ਨੁਕਸਾਨ ਆ? ਇਹਦਾ 50% ਨੁਕਸਾਨ ਹੋ ਗਿਆ ਜੀ। ਕਾਲਾ ਹੋ ਜੂ ਦਾਣਾ? ਕਾਲਾ ਹੋ ਜੂ ਜੀ ਦਾਣਾ, ਇਹ ਬਾਕੀ ਹੋ ਜੂ। ਇਹਦੀ ਮਿਹਨਤ ਮਨਜ਼ੂਰੀ ਵੱਧ ਜਾਣੀ ਹੈ ਜੀ ਬਹੁਤ। ਜੇ ਲੇਬਰ ਤੋਂ ਵਧਾਵਾਂਗੇ ਤਾਂ ਵੀ ਮਨਜ਼ੂਰੀ ਵੱਧਦਾ, ਜੇ ਕਪੈਨ ਕੱਟੂ ਤਾਂ ਵੀ ਮਜ਼ਦੂਰੀ ਵੱਧਦਾ ਜੀ। ਬਾਕੀ ਸਾਰਾ ਤੂੜੀ ਤੱਲਾ ਹੋਰ ਇਹਦਾ ਸਾਰਾ ਨੁਕਸਾਨ ਹੈ ਜੀ ਇਹਦਾ ਸਾਨੂੰ। पहले ही आर्थिक दुर्दशा के शिकार किसानां ते इस बार फिर तो कुदरत की मार ने किसानां के चेहरे नूं मुरझा के रख दिता है। अन्नदाता अखवाउण वाला किसान हुण परमात्मा दे अगे सिर्फ यही बेनती कर रहा है कि वह हुण चंगा करे, जब तक उन्हां दी कणक दी फसल पक के तैयार नहीं हो जाती ते वह मंडियां तक नहीं पहुंच जाती, बारिश नूं रोक के रखे। किसानां दा कहना है कि हुण 15 कुछ दिनां दे अंदर उन्हां दी खेतां दे विच खड़ी कणक दी फसल पक के वाढी दे लई तैयार होने वाली है। ते इस विचकार मींह ते तेज हवावां उन्हां दी फसल नूं खराब कर रही है, जिस दे नाल उन्हां दा भारी नुकसान हो जाएगा। कणक दी फसल डिग्गण दे नाल झाड़ भी घट जाएगा। कणकां दा तुसीं वेख रहे हो, बहुत बुरा हाल आ। ते एक बने रब ने कहर मचाया पूरा। कल दा मींह पै रहा वा ते बुरा हाल आ। ते एक बने किसानी धरने बैठे आ दिल्ली लोग, उन्होंने भी काफ़ी बुरा हाल है क्योंकि सरकार ने सुनवाई कुछ नहीं करती पई। तो उस चों रब भी हटना पूरा भी साढ़ा करोपी होया वा भी जट्टां दा बुरा हाल आ। ਤਾਂ ਜਿਹੜੀਆਂ ਕਣਕਾਂ ਡਿੱਗੀਆਂ ਉਹਦੇ ਬਾਰੇ ਕਿੰਨਾ ਕੁ ਨੁਕਸਾਨ ਕਿਸਾਨਾਂ ਦਾ ਹੋ ਰਿਹਾ? ਨੁਕਸਾਨ ਤਾਂ ਕਾफ़ी ਹੋ ਰਿਹਾ ਵਾ ਜੱਟਾਂ ਦਾ। ਹਾਂਜੀ। ਤੇ ਹੁਣ ਅਸੀਂ ਮਤਲਬ ਵੀ ਕਣਕਾਂ ਦਾ ਝਾੜ ਕੁਛ ਨਹੀਂ ਹੈ, ਬਿਮਾਰੀ ਇੱਕ ਉਤੋਂ ਲੱਗ ਗਈ ਆ, ਇੱਕ ਤੇਲਾ ਪੈ ਗਿਆ, ਉਹਦਾ ਝਾੜ ਕੁਛ ਨਹੀਂ ਨਿਕਲਣਾ ਆਉਣਾ। ਦਵਾਈਆਂ ਸਪਰੇਆਂ ਕੀਤੀਆਂ ਤਾਂ ਵੀ ਬੁਰਾ ਹਾਲ ਆ, ਤਾਂ ਵੀ ਕੁਛ ਫਰਕ ਨਹੀਂ ਪਿਆ। ਸੁੰਡੀ ਪੈ ਗਈ ਕਣਕ ਨੂੰ ਤੇ ਉਤੋਂ ਰੱਬ ਵੀ ਮੀਂਹ ਵਰਾਈ ਜਾਂਦੇ ਆ। ਕਣਕਾਂ ਡਿੱਗ ਪਈਆਂ, ਲੰਮੇ ਪੈ ਗਈਆਂ ਵਾ। ਉਹਨਾਂ ਨੂੰ ਜਿਉਂ ਕਣਕ ਡਿੱਗ ਪਈ ਆ, ਉਹ ਪੱਤਲ ਪੈ ਜਾਂਦੀ ਆ।
ਇਸ ਤੋਂ ਇਲਾਵਾ ਖੇਤਾਂ ਦੇ ਵਿੱਚ ਫਸਲ ਦੇ ਡਿੱਗਣ ਦੇ ਨਾਲ ਫਸਲ ਦੀ ਵਾਢੀ ਕਰਨ ਵਾਲੇ ਕੰਬਾਈਨ ਵਾਲੇ ਕਿਸਾਨਾਂ ਤੋਂ ਵਧੇਰੇ ਪੈਸੇ ਵੀ ਵਸੂਲ ਕਰਨਗੇ। ਕਿਸਾਨਾਂ ਤੇ ਦੋਹਰੀ ਮਾਰ ਪਵੇਗੀ। ਜੇਕਰ ਗੱਲ ਕਰੀਏ ਕਿ ਆਖਰ ਫਸਲ ਖਰਾਬ ਹੋਣ ਦੇ ਕਾਰਨ ਕਿਸਾਨਾਂ ਤੇ ਕਿਸ ਤਰ੍ਹਾਂ ਦੀ ਮਾਰ ਪਵੇਗੀ, ਤਾਂ ਫਿਰ ਮੰਨੋ ਕਿ ਜਿਵੇਂ 1 ਏਕੜ ਖੇਤ ਦੇ ਵਿੱਚ 30 ਤੋਂ 35 ਕੁਇੰਟਲ ਕਣਕ ਹੀ ਪੈਦਾ ਹੁੰਦੀ ਹੈ। ਮੀਂਹ ਦੇ ਪੈਣ ਦੇ ਕਾਰਨ 2 ਤੋਂ 4 ਕੁਇੰਟਲ ਦੇ ਨੁਕਸਾਨ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਮਾਰਕੀਟ ਦੇ ਵਿੱਚ ਕਣਕ ਦਾ ਰੇਟ ਇਸ ਵੇਲੇ 1800 ਰੁਪਏ ਕੁਇੰਟਲ ਹੈ, ਯਾਨੀ ਕਿ ਕਿਸਾਨਾਂ ਨੂੰ 5000 ਤੋਂ 7000 ਦਾ ਨੁਕਸਾਨ ਹੋ ਜਾਵੇਗਾ। ਇਹ ਨੁਕਸਾਨ ਸਿਰਫ ਇੱਕ ਉਦਾਹਰਨ ਹੈ, ਇਹ ਸਮਝਾਉਣ ਦੇ ਲਈ ਕਿ ਆਖਰ 1 ਏਕੜ ਦੇ ਵਿੱਚ ਘੱਟੋ-ਘੱਟ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ। ਉੱਥੇ ਜੇਕਰ ਗੱਲ ਕਰੀਏ ਤਰਨਤਾਰਨ ਦੀ, ਤਾਂ ਫਿਰ ਇੱਥੇ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਕਰਿਆਲੀ ਦਾਸੂਵਾਲ ਵਿਖੇ ਮੀਂਹ ਤੇ ਤੇਜ਼ ਹਵਾ ਨੇ ਕਿਸਾਨਾਂ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਇਹ ਜੀ ਜਿਹੜਾ ਰਾਤੀ ਮੀਂਹ ਤੇ ਹਨੇਰੀ ਜਿਹੜੀ ਆ ਬਹੁਤ ਜ਼ਬਰਦਸਤ ਆਈ, ਜਿਹਨੇ ਸ਼ੈੱਡ ਵੀ ਪੁੱਟਦੇ, ਰੁੱਖ ਵੀ ਪੁੱਟਦੇ, ਤਾਰਾਂ ਵੀ ਤੋੜ ਲਈਆਂ। ਕੋਈ ਚੀਜ਼ ਨਹੀਂ ਜਿਹੜੀ ਇਹਨੇ ਮਤਲਬ ਨੁਕਸਾਨ ਨਹੀਂ ਸਾਡਾ ਕੀਤਾ। ਫਸਲ ਜਿਹੜੀ ਸਾਡੀ ਪੁੱਤਾਰ ਕੀ ਪਾਲੀ ਹੋਈ ਫਸਲ ਹੈ, ਉਹਨੂੰ ਸਾਰੀ ਨੂੰ ਤਹਿਸ ਨਹਿਸ ਕਰਤਾ। ਕੁੱਖ ਨਹੀਂ ਪੱਲੇ ਕਿਸਾਨ ਦੇ ਅੱਗੇ ਹੀ, ਕਿਸਾਨ ਅੱਗੇ ਹੀ ਆਤਮ ਹੱਤਿਆ ਕਰ ਰਿਹਾ ਵਾ, ਕਿਉਂਕਿ ਕਿਸਾਨ ਦੇ ਪੱਲੇ ਤਾਂ ਅੱਗੇ ਠੀਕਰੀ ਬਾਰਡਰ ਤੇ ਔਰ ਦਿੱਲੀ ਦੀ ਲੜਾਈ ਲੜ ਰਿਹਾ ਵਾ। ਜਿਹੜੀ ਸਰਕਾਰ ਸੈਂਟਰ ਦੀ ਆ, ਉਹ ਤਾਂ ਅੱਗੇ ਹੀ ਸਾਡਾ ਨੁਕਸਾਨ ਕਰ ਰਹੀ ਆ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ, ਕੈਪਟਨ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਉੱਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਪਿੰਡਾਂ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਆਪਣੀ ਕੱਚੀ ਕਣਕ ਦੀ ਫਸਲ ਨੂੰ ਹੀ ਵੱਢ ਰਹੇ ਹਨ। ਉਹਨਾਂ ਦਾ ਇਹ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਵੀ ਫਸਲ ਨੇ ਰੁਲਣਾ ਹੀ ਹੈ, ਸਗੋਂ ਕੱਚੀ ਫਸਲ ਨੂੰ ਵੱਢ ਕੇ ਉਹ ਗਾਵਾਂ ਮੱਝਾਂ ਨੂੰ ਹੀ ਪਾ ਦੇਣ। ਕਿਸਾਨ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਤਾਂ ਦੂਜੇ ਪਾਸੇ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕੱਲ ਰਾਤ ਤੋਂ ਹੀ ਮੀਂਹ ਪੈ ਰਿਹਾ। ਤਾਂ ਕਿਤੇ ਨਾ ਕਿਤੇ ਜੇ ਗੱਲ ਕਰੀਏ ਸਰਹੱਦੀ ਏਰੀਏ ਦੇ ਵਿੱਚ ਫਸਲਾਂ ਡਿੱਗੀਆਂ ਹੋਈਆਂ ਨੇ। ਤਾਂ ਇੱਕ ਪਾਸੇ ਤੁਹਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਅੰਮ੍ਰਿਤਸਰ ਦੀਆਂ, ਜਿੱਥੇ ਕਿਸਾਨ ਆਪਣੀ ਕੱਚੀ ਫਸਲ ਜਿਹੜੀ ਆ ਉਹਨੂੰ ਵੱਢ ਰਿਹਾ। ਸੋ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਖਿਲਾਫ ਜਿੱਥੇ ਕਿਸਾਨ ਲੰਮੇ ਸਮੇਂ ਤੋਂ ਜੰਗ ਲੜ ਰਹੇ ਨੇ, ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਨੇ, ਤਾਂ ਦੂਜੇ ਪਾਸੇ ਕਿਸਾਨ ਕੱਚੀਆਂ ਫਸਲਾਂ ਵੱਢ ਰਹੀਆਂ। ਕਿਸਾਨ ਹਮੇਸ਼ਾ ਹੀ ਉਡੀਕਦਾ ਏ ਕਿ ਕਦੋਂ ਉਹਦੀ ਪੁੱਤਾਂ ਵਾਂਗ ਪਾਲੀ ਪੱਕੀ ਹੋਵੇ ਤਾਂ ਉਸ ਨੂੰ ਉਹ ਸੁੱਟ ਕੇ ਮੰਡੀਆਂ ਦੇ ਵਿੱਚ ਆਵੇ। ਤਾਂ ਇਸ ਵੱਖਰੀ ਹੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ। ਇੱਕ ਕਿਸਾਨ ਜਿਹੜਾ ਆ ਉਹ ਆਪਣੀ ਕੱਚੀ ਫਸਲ ਨੂੰ ਵੱਢ ਰਿਹਾ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਨਾਮ ਜੀ ਤੁਹਾਡਾ? ਮਨਦੀਪ ਸਿੰਘ ਜੀ। ਮਨਦੀਪ ਸਿੰਘ ਜੀ, ਕਿਸਾਨ ਹਮੇਸ਼ਾ ਉਡੀਕਦਾ ਆ ਕਿ ਫਸਲ ਪੱਕੇ, ਫਸਲ ਪੱਕਣ ਤੋਂ ਬਾਅਦ ਉਹ ਮੰਡੀਆਂ ਦੇ ਵਿੱਚ ਸੁੱਟੇ ਤਾਂ ਆਪਣਾ ਜਿੰਨਾ ਵੀ ਕਰਜ਼ਾ ਆ ਜਾਂ ਆਪਣੀ ਵਸੂਲੀ ਕਰੇ, ਪਰ ਤੁਸੀਂ ਕੱਚੀ ਫਸਲ ਨੂੰ ਕਿਉਂ ਵੱਢ ਰਹੇ ਹੋ? ਇਹ ਸਰਕਾਰ ਦੀਆਂ ਨੀਤੀਆਂ ਕਰਕੇ ਜੀ। 3 ਕਾਲੇ ਕਾਨੂੰਨ ਜੋ ਮੋਦੀ ਸਰਕਾਰ ਨੇ ਲਿਆਂਦੇ ਪਿਛਲੇ ਸਾਲ ਤੋਂ, ਜਿਨ੍ਹਾਂ ਵਿੱਚ ਕਿਸਾਨ ਮਾਰੂ ਕਾਨੂੰਨ, ਕਿਸਾਨਾਂ ਨੂੰ ਫਸਲ ਦਾ ਭਾਅ ਨਹੀਂ ਮਿਲਦਾ। ਇਹ ਫਸਲ ਅਸੀਂ ਪੁੱਤਾਂ ਵਾਂਗੂ ਪਾਲੀ, 6 ਮਹੀਨੇ ਅਸੀਂ ਇਹਨੂੰ ਇੱਕ ਆਪਣੇ ਪੁੱਤ ਵਾਂਗੂ ਪਾਲਿਆ। ਹੁਣ ਸਾਨੂੰ ਇਹਦਾ ਰੇਟ ਨਹੀਂ ਮਿਲਦਾ। 6 ਮਹੀਨਿਆਂ ਬਾਅਦ ਕਣਕ ਜਾਂਦੀ ਮੰਡੀ ਜਾ ਕੇ ਰੇਟ ਨਹੀਂ ਮਿਲਦਾ। ਭਾਅ ਲਾਉਣ ਵਾਲੇ ਪੁੱਛਦੇ ਨਹੀਂ ਆ, ਮੀਂਹ ਆ ਜੇ ਤੇ ਰੁਲ ਜਾਂਦੀ ਮੰਡੀ 'ਚ। ਤੇ ਇਸ ਕਰਕੇ ਅਸੀਂ ਆਖਿਆ ਕੱਚੀ ਕਣਕ ਨੂੰ ਵੱਢ ਕੇ ਡੰਗਰਾਂ ਨੂੰ ਪਾਈ ਜਾਏ, ਜੋ ਵੀ ਪਸ਼ੂਆਂ ਦਾ ਦੁੱਧ ਤੋਂ ਕੁਝ ਘਰ ਦਾ ਗੁਜ਼ਾਰਾ ਚੱਲ ਜਾਵੇ। ਪਰ ਇਸ ਤਰ੍ਹਾਂ ਕਿੰਨਾ ਕੁ ਚਿਰ ਕਿਸਾਨ ਕੱਚੀਆਂ ਫਸਲਾਂ ਵੱਢ ਕੇ ਡੰਗਰਾਂ ਨੂੰ ਪਾਊਗਾ? ਅਕਸਰ ਦੇਸ਼ ਚਲਾਉਣਾ ਵਾ, ਪੰਜਾਬ ਚਲਾਉਣਾ ਵਾ, ਲੋਕਾਂ ਦੇ ਘਰਾਂ 'ਚ ਅਨਾਜ ਵੀ ਪਾਉਣਾ, ਸਾਰਾ ਸੰਸਾਰ ਜਿਹੜਾ ਦੇਸ਼ ਦਾ ਅੰਨਦਾਤਾ ਕਿਸਾਨ ਕਹਾਇਆ ਜਾਂਦਾ। ਕਿੰਨਾ ਕੁ ਚਿਰ ਇੱਦਾਂ ਕੰਮ ਚੱਲੂਗਾ? ਇਹ ਜਿੰਨਾ ਚਿਰ ਸਰਕਾਰਾਂ ਆਪਣੀ ਨੀਤ ਸਹੀ ਨਹੀਂ ਕਰਦੀਆਂ, ਇਹ ਇਦਾਂ ਹੀ ਚੱਲਦਾ ਰਹੂਗਾ। ਕਿਸਾਨਾਂ ਨਾਲ ਸ਼ੁਰੂ ਤੋਂ ਧੱਕਾ ਹੀ ਹੁੰਦਾ ਆ, ਤੇ ਇਸ ਕਰਕੇ ਕੋਈ ਸਰਕਾਰ ਸੁਣਵਾਈ ਨਹੀਂ ਕਰਦੀ। ਦਿੱਲੀ ਤੋਂ ਮੇਰੇ ਫਾਦਰ ਜੀ ਵੀ ਉੱਥੇ ਜਾਂਦੇ ਧਰਨੇ ਤੇ ਉੱਥੇ ਜਾਂਦੇ, ਵਾਰੀਆਂ ਬੰਦੀਆਂ ਆ ਜਾਂਦੇ ਆ, ਪਿੱਛੋਂ ਅਸੀਂ ਫਸਲ ਪਾਲਦੇ ਆ, ਤੇ ਬੜਾ ਔਖਾ ਜੀ ਇਹ ਸਭ ਕੁਝ। ਤਾਂ ਤੁਸੀਂ ਵੇਖਿਆ ਆਖਿਰ ਕਿਸ ਕਦਰ ਦੇ ਨਾਲ ਮੀਂਹ ਤੇ ਤੇਜ਼ ਹਵਾ ਦੇ ਕਾਰਨ ਕਿਸਾਨਾਂ ਤੇ ਕੁਦਰਤ ਦੀ ਮਾਰ ਪੈ ਰਹੀ ਹੈ। ਹੁਣ ਕਿਸਾਨਾਂ ਦੀ ਮੰਗ ਇਹੀ ਹੈ ਕਿ ਪੰਜਾਬ ਸਰਕਾਰ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਵੇ। ਅੰਮ੍ਰਿਤਸਰ ਤੋਂ ਜਗਤਾਰ ਮਹਾਲਾ, ਪਟਿਆਲਾ ਤੋਂ ਕਵਲਜੀਤ ਸਿੰਘ, ਤਰਨਤਾਰਨ ਤੋਂ ਬਲਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ।
ਕਿਸਾਨ ਲਗਾਤਾਰ ਸੰਘਰਸ਼ ਨੂੰ ਵਿੱਢੇ ਹੋਏ ਨੇ। ਸਭ ਕੁਝ ਕਿਸਾਨ ਛੱਡ ਕੇ ਬੋਰਡ ਤੇ ਡਟੇ ਹੋਏ ਨੇ ਇਹੀ ਮੰਗ ਪੂਰੀ ਕਰਵਾਉਣ ਦੇ ਲਈ ਕਿ ਕਿੱਥੇ ਨਾ ਕਿੱਥੇ ਕੇਂਦਰ ਸਰਕਾਰ ਜਿਹੜੀ 3 ਨਵੇਂ ਖੇਤੀ ਕਾਨੂੰਨ ਲੈ ਕੇ ਆਈ ਹੈ ਉਹਨਾਂ ਨੂੰ ਰੱਦ ਕਰੇ। ਤੇ ਦੂਜੇ ਪਾਸੇ ਹੁਣ ਜਦੋਂ ਕਣਕ ਦੀ ਵਾਢੀ ਦੇ ਦਿਨ ਨਜ਼ਦੀਕ ਨੇ, ਕਣਕ ਦੀ ਫਸਲ ਪੱਕ ਕੇ ਤਿਆਰ ਹੋਣ ਵਾਲੀ ਹੈ ਤੇ 15 ਕੁ ਦਿਨ ਹੀ ਬਚੇ ਨੇ, ਇਸ ਵਿਚਕਾਰ ਕੁਦਰਤ ਨੇ ਵੀ ਕਿਸਾਨਾਂ ਤੇ ਆਪਣੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦਾ ਅੰਨਦਾਤਾ ਪਰੇਸ਼ਾਨ ਹੈ, ਤਕਲੀਫ ਤੇ ਹੈ। ਉਹ ਇੱਕ ਪਾਸੇ ਕੇਂਦਰ ਸਰਕਾਰ ਦੇ ਅੱਗੇ ਗੁਹਾਰ ਲਾ ਰਿਹਾ ਤਾਂ ਦੂਜੇ ਪਾਸੇ ਕੁਦਰਤ ਨੂੰ ਵੀ ਇਹ ਬੇਨਤੀ ਕਰ ਰਿਹਾ ਹੈ ਕਿ ਹੁਣ ਉਹ ਆਪਣੀ ਮਾਰ ਨਾ ਮਾਰੇ। ਲੇਕਿਨ ਇਸ ਵਿਚਕਾਰ ਕਿਸਾਨਾਂ ਦੀ ਇਹ ਮੰਗ ਹੈ ਕਿ ਪੰਜਾਬ ਸਰਕਾਰ ਉਹਨਾਂ ਦਾ ਜਿਹੜਾ ਇਹ ਨੁਕਸਾਨ ਹੈ ਉਹਦੀ ਭਰਪਾਈ ਦੇ ਵਾਸਤੇ ਪੂਰਾ ਮੁਆਵਜ਼ਾ ਉਹਨਾਂ ਨੂੰ ਦੇਵੇ। ਫਿਲਹਾਲ ਇਸ ਖਾਸ ਰਿਪੋਰਟ ਦੇ ਵਿੱਚ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।